नमस्कार, मैं हूं सीनियर पत्रकार के अत्री। आज हमारे साथ हैं हमारे स्टूडियो में अमन भनोट, जो कि शहर के गणमान्य व्यक्तियों में से एक हैं। आज वो इस रूबरू में अपने बारे में आपसे खुल के बातचीत करेंगे। नमस्कार जी, मैं ਤੁਹਾਡੇ ਸਟੂਡੀਓ ਦੇ ਵਿੱਚ ਆਇਆ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ। ਤੁਸੀਂ ਜੋ ਵੀ ਮੇਰੇ ਤੋਂ ਸਵਾਲ ਜਵਾਬ ਕਰਨੇ ਚਾਹੁੰਦੇ ਹੋ ਕਰੋ ਤੇ ਦੱਸੋ किस तरह के सवाल ਤੁਸੀਂ ਮੇਰੇ ਤੋਂ पूछना चाहते हैं। अमन जी, आपसे एक सवाल पूछेंगे कि आप अपना जो प्रारंभिक जीवन है बचपन से लेकर जवान होने तक, हाँ जी, उसके बारे में खुल के बताएंगे हमारे को कुछ। मैं मोरिंडा कृष्णा मंडी ਉੱਥੇ ਮੇਰਾ ਜਨਮ ਹੋਇਆ ਸੀਗਾ जी। ਉਸ ਸਾਲ ਅਸੀਂ ਉੱਥੇ ਰਹੇ, ਕ੍ਰਿਸ਼ਨਾ ਮੰਡੀ ਦੇ ਵਿੱਚ ਮਰਿੰਡੇ ਦੇ ਵਿੱਚ ਰਹੇ ਅਸੀਂ ਤੇ ਉਸ ਤੋਂ ਬਾਅਦ ਅਸੀਂ ਫਿਰ ਕੁਝ ਟਾਈਮ ਅਸੀਂ ਚੰਡੀਗੜ੍ਹ ਚਲੇ ਗਏ ਸੀ। ਉੱਥੇ ਕਿਰਾਏ ਤੇ ਰਹੇ ਅਸੀਂ, ਮੈਂ ਆਪਣੇ ਫਾਦਰ ਸਾਹਿਬ ਦੇ ਨਾਲ, ਆਪਣੇ ਪੇਰੈਂਟਸ ਦੇ ਨਾਲ, ਆਪਣੇ ਭੈਣਾਂ ਭਰਾਵਾਂ ਦੇ ਨਾਲ ਅਸੀਂ ਕੁਝ ਟਾਈਮ ਚੰਡੀਗੜ੍ਹ ਵੀ ਰਹੇ, 21 ਸੈਕਟਰ। ਉੱਥੋਂ ਫਿਰ ਅਸੀਂ ਫਿਰ ਮਰਿੰਡੇ ਆ ਗਏ। ਮੇਰੇ ਫਾਦਰ ਸਾਹਿਬ ਨੇ ਛੋਟਾ ਜਿਹਾ ਇੱਕ ਮਕਾਨ ਬਣਾ ਲਿਆ ਤੇ ਅਸੀਂ ਉੱਥੇ ਰਹਿਣ ਲੱਗ ਗਏ। ਬੜੇ ਖੁਸ਼ੀ ਅਸੀਂ ਉੱਥੇ ਮਰਿੰਡੇ ਸ਼ਹਿਰ ਦੇ ਵਿੱਚ ਅਸੀਂ ਤੇ ਉਸ ਘਰ ਦੇ ਵਿੱਚ ਅਸੀਂ ਰਹੇ ਤੇ ਉਸ ਤੋਂ ਬਾਅਦ ਫਿਰ ਮੇਰੀ ਪੜ੍ਹਾਈ ਚੱਲਦੀ ਰਹੀ, ਸਕੂਲਿੰਗ ਚੱਲਦੀ ਰਹੀ। ਠੀਕ ਹੈ ਜੀ ਗੱਲ। ਤੇ ਮੈਂ ਮਰਿੰਡੇ ਵੀ ਸ਼ਿਵਨੰਦਾ ਪਬਲਿਕ ਸਕੂਲ ਦੇ ਵਿੱਚ ਪੜ੍ਹਿਆ। ਉਸ ਤੋਂ ਬਾਅਦ ਮੈਂ ਸਮਰਾਲੇ ਵੀ ਪੜ੍ਹਿਆ, ਨੀਲਮਾ ਪਬਲਿਕ ਸਕੂਲ ਦੇ ਵਿੱਚ। ਤੇ ਉਸ ਤੋਂ ਬਾਅਦ ਮੈਂ ਆਪਣਾ ਚਕਵਾਲ ਸਕੂਲ ਕੁਰਾਲੀ, ਉੱਥੋਂ ਮੈਂ 10th ਕੀਤੀ। ਉਸ ਤੋਂ ਬਾਅਦ ਮੈਂ ਆਪਣਾ +1 ਮੈਂ ਚੰਡੀਗੜ੍ਹ ਤੋਂ ਕੀਤੀ ਤੇ ਉਸ ਤੋਂ ਬਾਅਦ ਫਿਰ ਮੈਨੂੰ ਡੀ ਫਾਰਮੇਸੀ, ਮੇਰੇ ਫਾਦਰ ਸਾਹਿਬ ਨੇ ਡੀ ਫਾਰਮੇਸੀ ਕਰਵਾਈ ਡੇਰਾਬੱਸੀ ਤੋਂ, ਲੌਂਗੋਵਾਲ ਕਾਲਜ ਆਫ ਫਾਰਮੇਸੀ ਤੋਂ। ਉੱਥੋਂ ਡੀ ਫਾਰਮੇਸੀ ਕਰਨ ਤੋਂ ਬਾਅਦ ਮੇਰੇ ਫਾਦਰ ਸਾਹਿਬ ਨੇ ਮੈਨੂੰ ਆਪਣੇ ਨਾਲ ਸ਼ਾਪ ਤੇ ਬਿਠਾ ਲਿਆ। ਭਨੋਟ ਜੀ, ਇੱਕ ਸਵਾਲ ਮੈਂ ਤੁਹਾਡੇ ਕੋਲੋਂ ਪੁੱਛਣਾ ਚਾਹੂੰਗਾ ਕਿ ਇਹ ਜਿਹੜਾ ਕਾਰੋਬਾਰ ਹੈ ਤੁਹਾਡਾ ਮੈਡੀਕਲ ਸਟੋਰ ਦਾ, ਹਾਂਜੀ, ਇਹ ਪੁਸ਼ਤੈਨੀ ਹੈ? ਸਰ, ਮੇਰੇ ਫਾਦਰ ਸਾਹਿਬ ਔਰ ਚਾਚਾ ਜੀ ਦੀ ਦੁਕਾਨ ਹੁੰਦੀ ਸੀ, ਸਾਂਝੀ ਦੁਕਾਨ ਹੁੰਦੀ ਸੀਗੀ ਇਹ, ਤੇ ਦੋਨੋਂ ਪ੍ਰੋਪਰਾਈਟਰ ਹੁੰਦੇ ਸੀ, ਪਾਰਟਨਰਸ਼ਿਪ ਹੁੰਦੀ ਸੀਗੀ। ਤੇ ਚਾਚਾ ਜੀ ਦੇ ਬੇਟੇ BSF ਦੇ ਵਿੱਚ ਸੀਗੇ ਤੇ ਉਹਨਾਂ ਦਾ ਬੇਟਾ ਜਿਹੜਾ ਹੈ IG ਰਿਟਾਇਰ ਹੋ ਕੇ ਆਪਣਾ ਹੁਣ ਰਿਟਾਇਰੀ ਜੀਵਨ ਜੀ ਰਿਹਾ। ਤੇ ਚਾਚਾ ਜੀ ਦੀ ਡੈਥ ਹੋ ਗਈ, ਪਿਤਾ ਜੀ ਦੀ ਡੈਥ ਹੋ ਗਈ ਤੇ ਦੁਕਾਨ ਮੇਰੇ ਹਿੱਸੇ ਆ ਗਈ ਹੈ ਸ਼ਰਮਾ ਮੈਡੀਕਲ ਸਟੋਰ। ਤੇ ਮੈਂ ਸ਼ਰਮਾ ਮੈਡੀਕਲ ਸਟੋਰ ਤੇ ਕੰਮ ਕਰਦਾ ਤੇ ਆਪਣੀ ਦਵਾਈਆਂ ਦਾ ਕੰਮ ਕਰਦਾ। ਆਪਣਾ ਦਵਾਈਆਂ ਦਾ ਹਰ ਤਰ੍ਹਾਂ ਦੀ ਦਵਾਈਆਂ ਮੇਰੇ ਕੋਲ, ਪਸ਼ੂਆਂ ਦੀ ਦਵਾਈਆਂ ਮੇਰੇ ਕੋਲ, ਡੰਗਰਾਂ ਦੀ ਦਵਾਈਆਂ ਮੇਰੇ ਕੋਲ, ਹਰ ਤਰ੍ਹਾਂ ਦੀ ਦਵਾਈਆਂ ਹੁੰਦੀਆਂ ਤੇ ਮੈਂ ਦਵਾਈਆਂ ਦਾ ਵਪਾਰ ਕਰਦਾ, ਦਵਾਈਆਂ ਵੇਚਦਾ। ਮੈਂ ਤੁਹਾਨੂੰ ਵਿੱਚ ਕੱਟਾਂਗਾ, ਤੁਹਾਡੀ ਗੱਲ ਕੱਟ ਕੇ ਤੁਹਾਨੂੰ ਪੁੱਛ ਰਿਹਾ ਕਿ ਜਿਹੜਾ ਇਹ ਦਵਾਈਆਂ ਦਾ ਕਾਰੋਬਾਰ ਤੁਸੀਂ ਕਰਦੇ ਆ ਰਹੇ ਹੋ, ਕੀ ਕਦੇ ਤੁਸੀਂ ਕੋਈ ਤੁਹਾਡੇ ਕੋਲ ਇਹੋ ਜਿਹਾ ਮਰੀਜ਼ ਆਇਆ ਜਿਹੜਾ ਵਿਚਾਰਾ ਦਵਾਈਆਂ ਦੇ ਪੈਸੇ ਨਹੀਂ ਦੇ ਸਕਦਾ? ਜੀ, ਇਹ ਤਾਂ ਇਨਸਾਨੀਅਤ ਦੀ ਗੱਲ ਹੈ। ਮੇਰੇ ਫਾਦਰ ਸਾਹਿਬ ਨੇ ਇਹੀ ਸਿਖਾਇਆ ਕਿ ਨਹੀਂ, ਕਿਸੇ ਕੋਲ ਪੈਸੇ ਤਾਂ ਕੋਈ ਗੱਲ ਨਹੀਂ ਹੈਗੀ, ਫਿਰ ਕੀ ਹੋ ਗਿਆ? ਠੀਕ ਹੈ ਨਾ ਗੱਲ। ਆਪਾਂ ਲੱਖਾਂ ਰੁਪਏ ਕਮਾਉਂਦੇ ਆ, ਜੇ 10 ਰੁਪਏ ਦਾਨ ਵੀ ਕਰਦੇ ਜਾਂ 20 ਰੁਪਏ ਦਾਨ ਵੀ ਕਰਦੇ, ਕੋਈ ਇਹ 'ਚ ਵੱਡੀ ਗੱਲ ਨਹੀਂ ਹੈਗੀ ਇਹਦੇ 'ਚ। ਠੀਕ ਹੈ ਨਾ ਗੱਲ। ਹੁਣ ਮੈਂ ਕਈ ਟਰਸਟਾਂ, ਜਿੱਦਾਂ ਤੁਹਾਡਾ ਕਿਆ ਕਹਿੰਦੇ ਆ ਰਾਮਲੀਲਾ ਕਮੇਟੀ ਦਾ ਮੈਂ ਮੈਂਬਰ ਹੈ, ਠੀਕ ਹੈ ਨਾ, ਦੁਰਗਾਨਾ ਭਵਨ ਕਮੇਟੀ ਦਾ ਮੈਂ ਮੈਂਬਰ ਹੈ, ਠੀਕ ਹੈ ਨਾ। ਤੇ ਦਾਨ ਪੁੰਨ ਕਰਨਾ ਸਾਡੇ ਧਰਮ ਦੇ ਵਿੱਚ, ਠੀਕ ਹੈ ਨਾ, ਸਾਨੂੰ ਭਗਵਾਨ ਪ੍ਰਾਇੋਰਟੀ ਹੈ, ਸਾਡੇ ਧਰਮ ਦੀ ਪ੍ਰਾਇੋਰਟੀ ਹੈ ਕਿ ਕਿਸੇ ਵੀ ਗਰੀਬ ਦੀ, ਕਿਸੇ ਭੈਣ ਭਾਈ ਦੀ, ਕਿਸੇ ਦੇ ਬੰਦੇ ਦੀ, ਕਿਸੇ ਦੀ ਮਦਦ ਕਰਨਾ। ਤੇ ਇਹ ਤਾਂ ਸਾਡਾ ਸੌਭਾਗਿਆ ਦੀ ਗੱਲ ਹੈ ਕਿ ਸਾਨੂੰ ਪ੍ਰਮਾਤਮਾ ਨੇ ਇਸ ਯੋਗਿਆ ਬਣਾਇਆ ਕਿ ਅਸੀਂ ਕਿਸੇ ਦੀ ਮਦਦ ਕਰ ਰਹੇ ਹਾਂ, ਕਿਸੇ ਗਰੀਬ ਦੀ ਮਦਦ ਕਰ ਰਹੇ ਹਾਂ। ਠੀਕ ਹੈ ਨਾ। ਇਹ ਮੈਂ ਨਹੀਂ ਕਰ ਰਿਹਾ, ਕਰੇ ਕਰਾਵੇ ਆਪੇ ਆਪ, ਉਹ ਪ੍ਰਮਾਤਮਾ ਕਰਵਾਉਂਦਾ ਹੈ। ਜੇ ਤੁਸੀਂ ਕਹੋ ਵੀ ਅਮਨ ਭਨੋਟ ਕਰਦਾ, ਅਮਨ ਭਨੋਟ ਦੀ ਔਕਾਤ ਨਹੀਂ ਹੈ ਕੁਝ ਵੀ ਕਰਨ ਦੀ। ਇਹ करने कराने वाला परम तत्व है, वो परमात्मा है। जो परमात्मा के विषय में जानता है वो किसी से डरता नहीं है वो। ठीक है ना। बहुत बढ़िया बात कही आपने। हाँ जी अमन जी, जिस तरह के सानों जिन्नी नॉलेज है, तुसी कांग्रेस पार्टी नाल रिलेटेड हो, ਅਸੀਂ ਇਹ ਕਹਿ ਸਕਦੇ ਕਿ ਤੁਸੀਂ ਪ੍ਰੋ ਕਾਂਗਰਸੀ ਹੋ ਤੇ ਐਟ ਪ੍ਰੈਜ਼ੈਂਟ ਜਿਹੜਾ ਸਾਡੀ ਕਾਂਗਰਸ ਪਾਰਟੀ ਦਾ ਹਿਸਾਬ ਕਿਤਾਬ ਚੱਲ ਰਿਹਾ ਹੈ ਪਾਰਟੀ ਦੇ ਵਿੱਚ, ਉਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ? ਕੀ ਸਾਡੀ ਪਾਰਟੀ ਆਉਣ ਵਾਲੇ ਸਮੇਂ 'ਚ ਬਹੁਤ ਜ਼ਿਆਦਾ ਉੱਭਰ ਕੇ ਆਏਗੀ ਜਾਂ ਕੁਝ ਹੋਰ ਹੋਵੇਗਾ? ਸਰ, ਮੇਰਾ ਜਿਹੜਾ ਜਨਮ ਹੋਇਆ ਨਾ ਉਹ ਕਾਂਗਰਸ ਪਾਰਟੀ ਦੇ ਵਿੱਚ ਹੀ ਹੋਇਆ, ਕਿਉਂਕਿ ਮੇਰੇ ਜੋ
ਤਾਇਆ ਜੀ ਤੇ ਉਹ ਪਹਿਲੇ ਉਰੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਸੀਗੇ, ਹਾਂ ਮੈਂਬਰ ਰਹੇ ਪੀਪੀਸੀ ਠੀਕ ਹੈ ਨਾ, ਪੀਪੀਸੀ ਦੇ ਮੈਂਬਰ ਰਹੇ ਹੈ ਡਾਕਟਰ ਹਰਬਚਨ ਲਾਲ ਭਨੋਟ ਜੀ। ਉਸ ਤੋਂ ਬਾਅਦ ਰਜੀਵ ਭਨੋਟ ਮੇਰਾ ਰੋਪੜ ਦੇ ਵਿੱਚ ਬ੍ਰਦਰ ਹੈ, ਉਹ ਕਾਂਗਰਸ ਦੀ ਪੂਰੀ ਮਦਦ ਕਰਦਾ ਰਿਹਾ ਹੈ। ਕਾਂਗਰਸ ਦੇ ਚੱਲੇ ਹੋਏ ਆਪਣੇ ਜੋ ਵੀ ਉਹਨਾਂ ਦੇ ਸੰਸਕਾਰ ਸੀ, ਜੋ ਵੀ ਉਹਨਾਂ ਦੇ ਸਿਧਾਂਤ ਸੀ, ਉਹਦੇ ਪਰ ਚੱਲਦਾ ਹੋਇਆ ਰਜੀਵ ਭਨੋਟ ਰੋਪੜ ਉਹ ਆਪਣਾ ਉਹ ਕਰ ਰਿਹਾ ਹੈ। ਇਹ ਵਿਜੇ ਕੁਮਾਰ ਟਿੰਕੂ ਜੀ, ਇਹ ਵੀ ਸਾਡੇ ਭੂਆ ਜੀ ਦੇ ਬੇਟੇ ਹੈ, ਇਹ ਵੀ ਸੇਵਾ ਕਰ ਰਹੇ ਹੈ, ਕਾਂਗਰਸ ਪਾਰਟੀ ਦੀ ਸੇਵਾ ਕਰ ਰਹੇ ਹੈ। ਡਾਕਟਰ ਅਸ਼ਵਨੀ ਭਨੋਟ ਉਹ ਵੀ ਕਾਂਗਰਸ ਪਾਰਟੀ ਦੀ ਸੇਵਾ ਕਰ ਰਹੇ ਹੈ। ਮੈਂ ਵੀ ਅਮਨ ਭਨੋਟ ਆਪਣੀ ਕਾਂਗਰਸ ਪਾਰਟੀ ਦੀ ਸੇਵਾ ਕਰਦਾ, ਜਿੰਨੀ ਮੇਰੇ ਤੋਂ ਹੁੰਦੀ ਹੈ ਉਹਨਾਂ ਕੁ ਮੈਂ ਕਰਦਾ, ਠੀਕ ਹੈ ਨਾ। ਔਰ ਕਾਂਗਰਸ ਪਾਰਟੀ ਜਿਹੜੀ ਹੈ ਬਹੁਤ ਹੀ ਇੱਕ ਵਧੀਆ ਪਾਰਟੀ ਹੈ ਮੇਰੀ ਨਜ਼ਰ ਦੇ ਵਿੱਚ, ਜੋ ਮੈਂ ਸਿੱਖਿਆ ਕਾਂਗਰਸ ਪਾਰਟੀ ਤੋਂ। ਅੱਛਾ, ਹੁਣ ਕਈ ਵਾਰ ਸਾਨੂੰ ਦੇਖੋ ਸਿੱਧੀ ਜੀ ਗੱਲ ਹੈ, ਅਸੀਂ ਤੁਰੇ ਜਾ ਰਹੇ ਹੁੰਦੇ, ਅਗਲਾ ਕਹਿੰਦਾ ਦੇਖੋ ਜੀ ਕਾਂਗਰਸ ਦਾ ਕੁੱਤਾ ਆ ਗਿਆ। ਮੈਂ ਕਿਹਾ ਨਹੀਂ, ਬਹੁਤ ਬੜੀ ਗੱਲ ਕਹਿਤੀ, ਮੈਨੂੰ ਤਾਂ ਬਹੁਤ ਅੱਛੀ ਗੱਲ ਕਹਿਤੀ, ਕਾਂਗਰਸ ਦਾ ਕੁੱਤਾ ਕਹਿਤਾ। ਕਹਿੰਦਾ ਰਾਤੀ ਜਾਗਿਆ ਤਾਂ ਮੈਂ ਸ਼ੇਰ ਕਹਾਵਾਂ, ਰਾਤੀ ਜਾਗਣ ਕੁੱਤੇ ਬੁੱਲਿਆ ਤੇਤੋਂ ਉੱਤੇ, ਸਾਰੀ ਰਾਤ ਭੌਂਕਿਆ ਕੱਟੀ, ਦਿਨ ਰੜੇ ਮੈਦਾਨ ਵਿੱਚ ਸੁੱਤੇ, ਬੁੱਲਿਆ ਤੇਤੋਂ ਉੱਤੇ, ਮਾਲਿਕ ਦਾ ਦਰਮੂਲ ਨਾ ਛੱਡਦੇ, ਭਾਵੇਂ 100 ਖਾਵਣ ਜੁੱਤੇ, ਬੁੱਲਿਆ ਤੇਤੋਂ ਉੱਤੇ। ਤੇ ਅਮਨ ਭਨੋਟ ਤਾਂ ਕਾਂਗਰਸ ਦਾ ਕੁੱਤਾ, ਕੋਈ ਗੱਲ ਨਹੀਂ, ਕਹਿ ਲੋ। ਮੈਨੂੰ ਬਹੁਤ ਖੁਸ਼ੀ ਹੁੰਦੀ ਹੈ, ਕਿਉਂਕਿ ਕੁੱਤੇ ਤੋਂ ਮੈਂ ਬਹੁਤ ਕੁਝ ਸਿੱਖਿਆ। ਵਫਾਦਾਰੀ ਤਾਂ ਹੈ ਨਾ, ਉਹ ਮੈਂ ਉਸ ਮੋਦੀ ਵਰਗਾ ਤਾਂ ਨਹੀਂ ਜਿਹਨੇ 750 ਕਿਸਾਨਾਂ ਦੀ ਬਲੀ ਲੈ ਲਈ, ਔਰ ਨਾ ਜਾਣੇ ਕਿੰਨੇ ਹੋਰ ਲੋਕਾਂ ਦੀ ਬਲੀ ਲੈ ਲਈ, ਨੋਟਬੰਦੀ, GST, ਨਾ ਜਾਣੇ ਨਾਸ ਮਾਰ ਕੇ ਰੱਖਤਾ ਇਸ ਮੁਲਕ ਦਾ। ਔਰ ਮੈਂ ਮੋਦੀ ਨਹੀਂ ਬਣਨਾ ਚਾਹੁੰਦਾ, ਮੈਂ ਇੱਕ ਵਰਕਰ ਹੀ ਠੀਕ ਹੈ, ਛੋਟਾ ਜਿਹਾ ਕਾਂਗਰਸ ਦਾ ਵਰਕਰ ਹੀ ਚੰਗਾ ਹੈ। ਜੈਸਾ ਵੀ ਹੂੰ ਮੈਂ ਬਹੁਤ ਅੱਛਾ ਹੂੰ, ਮੈਨੂੰ ਨਹੀਂ ਲੋੜ ਕਿਸੇ ਚੀਜ਼ ਦੀ ਹੋਰ। ਅਮਨ ਜੀ ਦਾ ਕਹਿਣਾ ਹੈ ਕਿ ਕਾਂਗਰਸ ਪਾਰਟੀ ਇੱਕ ਵਾਹਿਦ ਪਾਰਟੀ ਹੈ ਜਿਹੜੀ ਰਾਜ ਕਰਨ ਦੇ ਕਾਬਿਲ ਹੈ। ਉਹਨਾਂ ਨੇ ਜੋ ਕੁਝ ਫਰਮਾਇਆ ਕਿ ਲੋਕਾਂ ਨੇ ਜੋ ਕੁਝ ਅਪਸ਼ਬਦ ਆਪਣੀ ਤਰਫ ਤੋਂ ਉਹਨਾਂ ਨੇ ਅਪਸ਼ਬਦ ਕਹੇ, ਕੁੱਤਾ ਲਫ਼ਜ਼ ਵਰਤਿਆ, ਲੇਕਿਨ ਉਹ ਕਹਿੰਦੇ ਨੇ ਸਾਨੂੰ ਬੜੀ ਖੁਸ਼ੀ ਹੈ ਅਗਰ ਉਹਨਾਂ ਨੇ ਕੁੱਤਾ ਲਫ਼ਜ਼ ਸਾਡੇ ਵਾਸਤੇ ਵਰਤਿਆ। ਕਿੱਡੇ ਬੜਪਣ ਵਾਲੀ ਗੱਲ ਹੈ। ਅਮਨ ਜੀ ਦਾ ਕਹਿਣਾ ਹੈ ਕਿ ਜੋ ਕਿਸਾਨ ਸ਼ਹੀਦ ਹੋਏ ਨੇ, 1 ਸਾਲ ਦਾ ਜਿਹੜਾ ਉਹਨਾਂ ਦਾ ਮੋਰਚਾ ਹੈ, ਪਿਛਲੇ ਨਵੰਬਰ ਤੋਂ ਲੈ ਕੇ ਇਸ ਨਵੰਬਰ ਤੱਕ, ਨਵੰਬਰ 20 ਤੋਂ ਲੈ ਕੇ ਨਵੰਬਰ 21 ਤੱਕ, ਉਹਦੇ ਵਿੱਚ ਜਿੰਨੇ 700 ਕਿਸਾਨ, ਇਹਨਾਂ ਦੇ ਕਹਿਣ ਮੁਤਾਬਕ 700 ਕਿਸਾਨ ਸ਼ਹੀਦ ਹੋਇਆ ਹੈ, ਜਿਹੜਾ ਉਹਨਾਂ ਦਾ ਇਸ ਪਾਰਟੀ ਨੂੰ, ਕਾਂਗਰਸ ਪਾਰਟੀ ਨੂੰ, ਇਹਨਾਂ ਵਰਕਰਸ ਨੂੰ ਬਹੁਤ ਅਫਸੋਸ ਹੈ ਉਹਦਾ। ਇਹ ਇਹਨਾਂ ਦਾ ਬਹੁਤ ਬੜਾ ਬੜਪਨ ਹੈ। ਅਮਨ ਜੀ, ਜਿਹੜੀਆਂ ਪੰਜਾਬ ਦੇ ਵਿੱਚ ਮੰਦਭਾਗੀਆਂ ਘਟਨਾ ਹੋ ਰਹੀਆਂ ਨੇ, ਚਾਹੇ ਉਹ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ, ਚਾਹੇ ਉਹ ਹਿੰਦੂਇਜ਼ਮ ਨੂੰ ਲੈ ਕੇ, ਉਹਨਾਂ ਬਾਰੇ ਤੁਹਾਡਾ ਕੀ ਕਹਿਣਾ ਹੈ? ਕੀ ਪੰਜਾਬ ਦੇ ਹਾਲਾਤ ਠੀਕ ਰਹਿਣਗੇ ਜਾਂ ਵਿਗੜਨਗੇ? ਹਿੰਦੂ ਦਹਿਸ਼ਤ 'ਚ ਹੈ ਜਾਂ ਨਹੀਂ? ਸਰ, ਪਹਿਲੀ ਗੱਲ ਤਾਂ ਮੈਂ ਤੁਹਾਨੂੰ ਇਹ ਦੱਸਦਾ ਹਾਂ ਕਿ ਹਿੰਦੂ ਕਦੇ ਵੀ ਖਤਰੇ 'ਚ ਨਹੀਂ ਸੀਗਾ, ਔਰ ਇਹ ਬੇਫਜ਼ੂਲ ਅਫਵਾਹ ਆਈ ਜਾਂਦੇ ਆ ਵੀ ਹਿੰਦੂ ਖਤਰੇ ਦੇ ਵਿੱਚ ਹੈ, ਫਲਾਣਾ ਖਤਰੇ ਦੇ ਵਿੱਚ ਹੈ। ਦੇਖੋ, ਸਭ ਤੋਂ ਪਹਿਲਾਂ ਕਾਂਗਰਸ ਪਾਰਟੀ ਕੀ ਸਿਖਾਉਂਦੀ ਹੈ ਸਾਨੂੰ, ਕੀ ਸਿਧਾਂਤ ਹੈ ਕਾਂਗਰਸ ਪਾਰਟੀ ਦਾ? हिंदू न मुसलमान ना ईसाई बनेगा, इंसान की औलाद है इंसान बनेगा। हिंदू ना मुसलमान ना ईसाई बनेगा, इंसान की औलाद है इंसान बनेगा। तो ਜਿਹੜਾ ਕਾਂਗਰਸ ਪਾਰਟੀ ਦਾ ਵਰਕਰ ਹੈ ਜੀ, ਉਹ ਕਦੇ ਆਪਣੇ ਆਪ ਨੂੰ ਹਿੰਦੂ ਨਹੀਂ ਕਹਿੰਦਾ, ਕਦੇ ਸਿੱਖ ਨਹੀਂ ਕਹਿੰਦਾ, ਕਦੇ ਈਸਾਈ ਨਹੀਂ ਕਹਿੰਦਾ, ਕਦੇ ਕ੍ਰਿਸਚਨ ਨਹੀਂ ਕਹਿੰਦਾ। सेकुलर पार्टी है। ਉਹ ਕਹਿੰਦਾ है कि मैं तो इंसान है, मैंने इंसानियत की सेवा करनी है। अब ये बताओ, मेडिकल स्टोर पे मैं काम करता हूँ, कोई मेरे से दवाई लेने आता है तो मैं उसकी पहले जाति पूछता हूँ, तू किस जाति का है, तू क्रिश्चियन है, तू हिंदू है, तू सिख है, तू ईसाई है। अरे कोई भी आता है मेरे पास तो सभी का अधिकार है दवाई लेने का, मैं सभी को दवाई दे देता हूँ। तो इसी तरह कांग्रेस पार्टी का भी ये सिद्धांत है कि वो किसी को बांट के राजनीति नहीं करती। कांग्रेस पार्टी सभी से प्यार करती है, सभी के दुख को, दर्द को, गरीब को,
किसानों को, व्यापारियों को, सभी वर्गों को साथ लेके चलती है। झूठ नहीं बोलती मोदी साहब की तरह, सबका साथ सबका विकास। मेरे को बताओ कौन सा साथ दिया, किसका साथ दिया मोदी साहब ने? तो सोचो तो सही कि कौन सही है। ये आपका ब्रेन है, आपका दिमाग है। मेरी बातों पे ना जाओ, अपने दिमाग से सोचो कि क्या सच है, क्या झूठ है, और हमेशा सत्य का साथ दो, कभी किसी झूठ का साथ नहीं देना चाहिए। ये अमन भनोट जो एक कांग्रेस का छोटा सा वर्कर है, वो आपसे बोल रहा है। ਅਮਨ ਜੀ, ਇੱਕ ਸਵਾਲ ਹੋਰ ਪੁੱਛਾਂਗਾ ਮੈਂ। ਸਭ ਤੋਂ ਪੁਰਾਣੇ ਕਾਂਗਰਸੀ ਹੁੰਦੇ ਹੋਏ, ਇੱਕ ਪੋਲੀਟੀਕਲ ਬੈਕਗ੍ਰਾਉਂਡ ਤੋਂ ਹੁੰਦੇ ਹੋਏ ਵੀ, ਕੀ ਤੁਹਾਡੇ ਕੋਲ ਕੋਈ ਇਸ ਮੁਕਾਮ ਤੇ ਆ ਕੇ ਕੋਈ ਅਹੁਦਾ ਹੈ? ਸਰ, ਮੇਰੇ ਕੋਲ ਕਦੇ ਮੈਨੂੰ ਕਿਸੇ ਆਪਣੀ ਜਿਹੜੀ ਕਾਂਗਰਸ ਪਾਰਟੀ ਹੈ ਜਾਂ ਸਾਡੇ ਜਿੰਨੇ ਵੀ ਲੀਡਰ ਸਵਾਨ, ਸਾਡੇ ਉੱਪਰ ਦੇ ਲੀਡਰ ਸਹਿਬਾਨ ਹੈ, ਉਹਨਾਂ ਨੇ ਕਦੇ ਮੈਨੂੰ ਕੋਈ ਅਹੁਦਾ ਤਾਂ ਦਿੱਤਾ ਨਹੀਂ ਹੈ। ਠੀਕ ਹੈ ਨਾ? ਹੋ ਸਕਦਾ ਕਿ ਮੈਨੂੰ ਨਾ ਕਾਬਲ ਸਮਝਿਆ ਹੋਵੇ, ਲੇਕਿਨ ਮੈਂ ਇੱਕ ਛੋਟਾ ਜਿਹਾ ਕਾਂਗਰਸੀ ਵਰਕਰ ਜ਼ਰੂਰ ਹੈਗਾ। ਨਹੀਂ, ਤੁਸੀਂ ਇਹ ਗੱਲ ਕਿਸ ਤਰ੍ਹਾਂ ਤੁਸੀਂ ਕਨਫੈਸ ਕਰਦੇ ਹੋ ਕਿ ਤੁਹਾਨੂੰ ਨਾ ਕਾਬਿਲ ਸਮਝਿਆ ਹੋਵੇ? ਸਰ, ਹੋ ਸਕਦਾ ਹੈ ਕਿ ਮੈਨੂੰ ਕਾਬਿਲ, ਦੇਖੋ ਹਰ ਚੀਜ਼ ਜਿਹੜੀ ਹੈ ਕਾਬਲੀਅਤ ਦੇ ਅਨੁਸਾਰ ਮਿਲਦੀ ਹੈ। ਹੁਣ ਕਾਂਗਰਸ ਪਾਰਟੀ ਇੱਕ ਐਸੀ ਪਾਰਟੀ ਹੈ ਜੋ ਸਿਰਫ ਜਾਤ ਪਾਤ ਨਹੀਂ ਦੇਖਦੀ, ਜੋ ਆਪਣੇ ਸ਼੍ਰੀ ਰਮਾਇਣ, ਸ਼੍ਰੀ ਗੁਰੂ ਗ੍ਰੰਥ ਸਾਹਿਬ, ਸ਼੍ਰੀ ਗੀਤਾ, ਉਹਦੇ ਸਿਧਾਂਤਾਂ ਤੇ ਚੱਲਦੀ ਹੈ ਕਾਂਗਰਸ ਪਾਰਟੀ ਹਮੇਸ਼ਾ ਹੀ ਦੇਖਦੀ ਹੈ ਜੋ ਸਹੀ ਬੰਦਾ ਹੈ। ਜਿਸ ਤਰ੍ਹਾਂ ਡਾਕਟਰ ਮਨਮੋਹਨ ਸਿੰਘ, ਉਹਨਾਂ ਨੂੰ ਪੀਐਮ ਬਣਾਇਆ, ਉਹਨਾਂ ਨੇ ਬਣਾਇਆ ਕਿ ਨਹੀਂ ਬਣਾਇਆ? ਇੱਕ ਭੈਣ ਆਪਣੀ ਭਰਾ ਲਈ ਕੁਰਸੀ ਇਸ ਲਈ ਛੱਡ ਦਿੰਦੀ ਹੈ ਕਿ ਉਹ ਮੇਰੇ ਤੋਂ ਜ਼ਿਆਦਾ ਕਾਬਲ ਹੈ। ਠੀਕ ਹੈ ਨਾ? ਤੇ ਸੈਕਰੀਫਾਈਸ ਦੀ ਪਾਰਟੀ ਹੈ, ਪਿਆਰ ਦੀ ਪਾਰਟੀ ਹੈ ਇਹ ਕਾਂਗਰਸ ਪਾਰਟੀ। ਤੇ ਹੋ ਸਕਦਾ ਕਿ ਮੇਰੇ 'ਚ ਕੋਈ ਕਮੀ ਹੋਵੇ, ਜਿਹੜਾ ਇਹਨਾਂ ਨੇ ਅੱਜ ਤੱਕ ਮੈਨੂੰ ਕੋਈ ਅਹੁਦਾ ਨਹੀਂ ਦਿੱਤਾ ਜਾਂ ਮੈਨੂੰ ਕਦੇ ਸਨਮਾਨ ਨਹੀਂ ਦਿੱਤਾ। ਠੀਕ ਹੈ ਨਾ? ਉੱਥੇ ਮੇਰਾ ਬੜਾ ਭਾਈ ਬੈਠਾ ਹੈ ਰੋਪੜ ਦੇ ਵਿੱਚ, ਰਜੀਵ ਭਨੋਟ, ਉਹਨੂੰ ਕਿਉਂ ਨਹੀਂ ਦਿੱਤਾ ਹੁਣ ਤੱਕ ਉਹਨੂੰ? ਠੀਕ ਹੈ, ਡਾਕਟਰ ਅਸ਼ਵਨੀ ਭਨੋਟ ਬੈਠਾ, ਉਹਨੂੰ ਕਿਉਂ ਨਹੀਂ ਦਿੱਤਾ ਅੱਜ ਤੱਕ ਉਹਦਾ? ਠੀਕ ਹੈ ਨਾ? ਇਹ ਪਰਿਵਾਰ, ਜਦਕਿ ਅਸੀਂ ਖਾਨਦਾਨੀ ਕਾਂਗਰਸੀ ਹੈ। ਮਤਲਬ ਇਹ ਸਮਝਿਆ ਜਾਵੇ ਪਾਰਟੀ ਨਾਲ ਤੁਹਾਡਾ ਕੋਈ ਹਿਰਖ ਨਹੀਂ ਹੈ, ਅਗਰ ਉਹਨਾਂ ਨੇ ਕੋਈ ਅਹੁਦਾ ਨਹੀਂ ਦਿੱਤਾ। ਹਾਂ, ਮੇਰਾ ਪਾਰਟੀ ਨਾਲ ਕੋਈ ਈਰਸ਼ਾ ਨਹੀਂ ਹੈ, ਮੇਰੀ ਕੋਈ ਦਵੇਸ਼ ਨਹੀਂ ਹੈ, ਮੇਰਾ ਕਿਸੇ ਨਾਲ ਦਵੇਸ਼ ਨਹੀਂ ਹੈ। ਨਹੀਂ ਮਿਲਿਆ, ਦੇਖੋ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ। ਹੋ ਸਕਦਾ ਹੈ ਕਿ ਉਸ ਮਾਲਕ ਨੂੰ, ਅਕਾਲ ਪੁਰਖ ਨੂੰ ਮੇਰੇ ਤੇ ਮਿਹਰ ਨਾ ਹੋਵੇ ਮੇਰੇ ਤੇ, ਇਸ ਕਰਕੇ ਮੈਨੂੰ ਕੋਈ ਜਾਂ ਮੈਨੂੰ ਕਾਬਲ ਨਾ ਸਮਝਿਆ ਹੋਵੇ ਜਿਹੜਾ ਵੀ ਮੈਨੂੰ ਉਹਦਾ ਮਿਲਣਾ ਚਾਹੀਦਾ ਹੈ, ਜਾਂ ਮੇਰੇ ਪਰਿਵਾਰ ਨੂੰ ਕਿਸੇ ਨੂੰ ਉਹਦਾ ਮਿਲਣਾ ਚਾਹੀਦਾ ਹੈ। ਅਸੀਂ ਅੱਜ ਤੱਕ ਕਦੇ ਕੋਈ ਡਿਮਾਂਡ ਨਹੀਂ ਕਰੀ ਵੀ ਸਾਨੂੰ ਆ ਨੌਕਰੀ ਦੇ ਦਿਓ, ਜਦਕਿ ਸਾਡੇ ਘਰ ਕਿਹੜਾ ਸੀਐਮ ਨਹੀਂ ਆਇਆ? 82 ਤੱਕ ਸਾਡੇ ਘਰ ਆਏ ਆ। ਠੀਕ ਹੈ ਨਾ? ਆ ਬੂਟਾ ਸੀ, ਦਰਬਾਰਾ ਸੀ, ਗਿਆਨੀ ਜੈਲ ਸੀ। ਠੀਕ ਹੈ ਨਾ? ਤੇ ਖੁਦ ਇੰਦਰਾ ਗਾਂਧੀ ਜੀ ਜਦ ਆਏ ਆ, ਉਰੇ ਮਰਿੰਡੇ ਦੇ ਵਿੱਚ ਆਏ ਆ। ਮੈਂ ਛੋਟਾ ਜਿਹਾ ਹੁੰਦਾ ਸੀ, ਮੇਰੀ ਉਮਰ ਸ਼ਾਇਦ 4 ਸਾਲ ਦੀ ਸੀਗੀ, ਤੇ ਮੇਰੇ ਤਾਇਆ ਜੀ ਨੇ ਉਹਨਾਂ ਦੇ ਹਾਰ ਪਾਇਆ ਤੇ ਮੇਰੀ ਤਾਈ ਜੀ ਨੇ ਹਾਰ ਪਾਇਆ ਇੰਦਰਾ ਗਾਂਧੀ ਜੀ ਦੀ। ਔਰ ਇੰਦਰਾ ਗਾਂਧੀ ਜੀ ਇਹ ਕਹਿੰਦੇ ਸੀ, ਹੀ ਇਜ਼ ਮਾਈ ਬ੍ਰਦਰ। ਮੇਰੇ ਤਾਇਆ ਜੀ ਨੂੰ ਕਹਿੰਦੀ ਸੀ, ਹੀ ਇਜ਼ ਮਾਈ ਬ੍ਰਦਰ। ਕਿਉਂ ਮੜੰਗਾ ਮਿਲਦਾ ਸੀਗਾ, ਨੱਕ ਦਾ ਮੜੰਗਾ ਨਾ ਇੰਦਰਾ ਗਾਂਧੀ ਜੀ ਨਾਲ ਮੇਰੇ ਤਾਇਆ ਜੀ ਦਾ ਮਿਲਦਾ ਸੀ, ਮੇਰਾ ਵੀ ਥੋੜਾ ਜਿਹਾ ਮਿਲਦਾ, ਵੈਸੀ ਗੱਲ ਕਰਦਾ। ਤੇ ਮੈਨੂੰ ਕੋਈ ਹਜੇ ਤੱਕ ਇਹ ਨਹੀਂ ਹੈ ਕਿ ਮੈਨੂੰ ਕੋਈ ਅਹੁਦਾ ਕਿਉਂ ਨਹੀਂ ਦਿੱਤਾ ਗਿਆ। ਮੈਨੂੰ ਕੋਈ ਈਰਸ਼ਾ ਨਹੀਂ ਹੈ, ਮੈਨੂੰ ਕੋਈ ਦਵੇਸ਼ ਨਹੀਂ ਹੈ, ਲੇਕਿਨ ਮੈਂ ਆਪਣੀ ਪਾਰਟੀ ਨੂੰ ਉੱਚਾ ਲੈ ਕੇ ਜਾਣਾ ਹੈ। ਕੋਈ ਕਮੀ ਹੈ, ਕਮੀਆਂ ਕਿਹਦੇ 'ਚ ਨਹੀਂ ਹੁੰਦੀਆਂ, ਇਨਸਾਨ 'ਚ ਵੀ ਹੁੰਦੀ ਹੈ। ਠੀਕ ਹੈ ਨਾ? ਹਰ ਇਨਸਾਨ 'ਚ ਕਮੀਆਂ ਹੁੰਦੀਆਂ, ਗਲਤੀਆਂ ਦਾ ਪੁਤਲਾ ਇਨਸਾਨ। ਠੀਕ ਹੈ ਨਾ ਗੱਲ? ਸਾਡੀ ਪਾਰਟੀ 'ਚ ਵੀ ਕੋਈ ਕਮੀ ਹੋ ਸਕਦੀ ਹੈ, ਮੈਨੂੰ ਪਤਾ ਹੈ ਵੀ ਕੋਈ ਜਿਹੜੀ ਕਮੀ ਹੈ ਉਹ ਮੈਂ ਕਮੀ ਨੂੰ ਕੋਸ਼ਿਸ਼ ਕਰੂੰਗਾ, ਕਿਸੇ ਤਰ੍ਹਾਂ ਦੀ ਵੀ ਕਮੀ ਲੱਗਦੀ ਹੋਊਗੀ ਉਹਨੂੰ ਕਿਸ ਤਰੀਕੇ ਨਾਲ ਲੋਕਾਂ ਦੇ ਵਿੱਚ ਜਾ ਕੇ ਵੀ ਇੱਥੇ ਕਮੀ ਹੈ ਸਾਡੀ, ਉਹ ਕਮੀ ਨੂੰ ਅਸੀਂ ਪੂਰਾ ਕਰਕੇ ਆਪਣੀ ਜਿਹੜੀ ਇੰਡੀਅਨ ਨੈਸ਼ਨਲ ਕਾਂਗਰਸ ਹੈ ਉਹਨੂੰ ਅਸੀਂ ਨੰਬਰ 1 ਤੇ ਲੈ ਕੇ ਆਉਣਾ ਹੈ ਹਰ ਪਾਸੇ ਨੂੰ। ਅਸੀਂ ਹੁਣ ਜਿਸ ਤਰ੍ਹਾਂ ਮੋਦੀ ਨੇ ਕਿਹਾ ਤਾਂ ਕਾਂਗਰਸ ਮੁਕਤ ਹਿੰਦੁਸਤਾਨ ਬਣਾਉਣਾ ਹੈ, ਅਸੀਂ ਇਹਨੂੰ ਕਿਆ ਕਹਿੰਦੇ ਆ, ਬੀਜੇਪੀ ਮੁਕਤ ਹਿੰਦੁਸਤਾਨ ਬਣਾਉਣਾ ਹੈ। ਇਹਨਾਂ ਪਾਪੀਆਂ ਦਾ ਅਸੀਂ ਨਾਸ਼ ਕਰਨਾ ਹੈ। ਠੀਕ ਹੈ ਨਾ ਗੱਲ? ਅਸੀਂ ਇਹਨਾਂ ਦੇ ਹੁਣ ਵਿਰੁੱਧ ਚੱਲਣਾ ਹੈ। ਦੇਖੋ ਕਿੰਨੇ ਸੋਹਣੇ ਵਿਚਾਰ ਨੇ ਇਹਨਾਂ ਦੇ। ਪਾਰਟੀ ਨਾਲ ਇਹਨਾਂ ਨੂੰ ਕੋਈ ਕਿਸੇ ਤਰ੍ਹਾਂ ਦਾ ਹਿਰਖ ਨਹੀਂ ਹੈ ਕਿ ਇਹਨਾਂ ਨੂੰ ਕੋਈ ਉਹਦਾ ਪਾਰਟੀ 'ਚ ਅੱਜ ਤੱਕ ਕਿਉਂ ਨਹੀਂ ਦਿੱਤਾ ਗਿਆ। ਇਹਨਾਂ ਦੇ ਭਾਈ ਬੰਦਾਂ ਦੇ ਜਿਨ੍ਹਾਂ ਦੇ ਇਹਨਾਂ ਨੇ ਨਾਂ ਲਿੱਤੇ ਆ ਉਹਨਾਂ ਨੂੰ ਕਿਉਂ ਨਹੀਂ ਉਹਦਾ ਦਿੱਤਾ ਗਿਆ। ਇਹ ਕਹਿੰਦੇ ਕਿ ਬਿਨਾਂ ਪ੍ਰੋਫਾਈਲ ਤੋਂ ਅਸੀਂ ਪਾਰਟੀ ਨੂੰ ਅੱਗੇ ਲੈ ਕੇ ਜਾਣਾ।
ਸਾਨੂੰ ਕਿਸੇ ਪ੍ਰੋਫਾਈਲ ਦੀ ਲੋੜ ਨਹੀਂ ਹੈ, ਅਸੀਂ ਸਿਰਫ ਵਰਕਰ ਹਾਂ। ਮੈਂ ਅਮਨ ਜੀ ਤੋਂ ਇੱਕ ਸਵਾਲ ਹੋਰ ਪੁੱਛਾਂਗਾ ਨਾਲ ਲੱਗਦਾ ਹੀ ਪੋਲੀਟੀਕਲ, ਕਿ ਜਿਹੜੀਆਂ ਹੋਰ ਪਾਰਟੀਆਂ ਨੇ ਉਹਨਾਂ ਦਾ ਪੰਜਾਬ ਦੇ ਵਿੱਚ ਕੀ ਭਵਿੱਖ ਦੇਖਦੇ ਹੋ ਤੁਸੀਂ? ਸਰ, ਆਪ ਵਾਲੇ ਮੇਰੇ ਕੋਲ ਆਏ ਤੇ ਪਿਛਲੇ ਇਲੈਕਸ਼ਨ ਦੇ ਵਿੱਚ, ਸਰ ਤੁਹਾਨੂੰ ਅਸੀਂ ਡਿਸਟ੍ਰਿਕਟ ਦਾ ਫਲਾਣਾ ਬਣਾ ਦਿੰਦੇ ਆ ਜੀ, ਤੁਹਾਨੂੰ ਅਸੀਂ ਆਪ ਉਹਦਾ ਦੇ ਦਿੰਦੇ ਆ ਜੀ। ਮੈਂ ਕਿਹਾ ਦੋਸਤ, ਗਦਾਰੀ ਸ਼ਬਦ ਮੇਰੇ ਖਾਨਦਾਨ ਚ ਨਹੀਂ ਹੈ, ਠੀਕ ਹੈ ਨਾ। ਇਹ ਗਦਾਰੀ ਸ਼ਬਦ ਜਿਹੜਾ ਨਾ, ਤੂੰ ਮੈਨੂੰ ਜੋ ਮਰਜ਼ੀ ਦੇ ਦੇ, ਕਰੋੜ ਰੁਪਇਆ ਦੇ ਦੇ, ਲੱਖ ਰੁਪਇਆ ਦੇ ਦੇ, 1000 ਕਰੋੜ ਦੇ ਦੇ, ਜਿੱਥੇ ਮੈਂ ਖੜਾ ਉੱਥੇ ਹੀ ਖੜਾ ਹੈ। ਅਮਨ ਭਨੋਟ ਜਿੱਥੇ ਖੜਾ ਹੈ, ਕਾਂਗਰਸ ਪਾਰਟੀ ਦੇ ਵਿੱਚ ਖੜਾ, ਤਾਂ ਕਾਂਗਰਸ ਪਾਰਟੀ ਦੇ ਵਿੱਚ ਖੜਾ ਹੈ। ਅਗਰ ਕਾਂਗਰਸ ਦਾ ਕੋਈ ਲੀਡਰ ਕਰਪਟ ਹੈ ਤਾਂ ਅਮਨ ਭਨੋਟ ਦੇ ਮੂੰਹ ਤੇ ਬੋਲ ਦਿੰਦਾ ਹੈ, ਓਏ ਕਰਪਟ ਹੈ ਤੂੰ, ਡਰਦਾ ਨਹੀਂ ਅਮਨ ਭਨੋਟ ਕਰੇ ਕਿਸੇ ਤੋਂ, ਠੀਕ ਹੈ ਨਾ ਗੱਲ। ਤੇ ਗੱਲ ਇਹ ਹੈ ਕਿ ਇਹ ਪਿਆਰ ਦੀ ਲੜਾਈ ਹੈ, ਇਨਸਾਫ ਦੀ ਲੜਾਈ ਹੈ, ਇਹ ਕਾਂਗਰਸ ਪਾਰਟੀ ਦੇ ਵਿੱਚ ਰਹਿ ਕੇ ਅਸੀਂ ਲੜਨੀ ਹੈ। ਤੇ ਮੈਨੂੰ ਨਹੀਂ ਲੱਗਦਾ ਉਰੇ ਜਿੱਦਾਂ ਕਹੀ ਜਾਂਦੇ ਆ ਕੇਜਰੀਵਾਲ ਜੀ ਆ ਕੇ, ਠੀਕ ਹੈ ਨਾ ਗੱਲ, ਮੈਂ 1000 ਰੁਪਇਆ ਦੇ ਦੂੰਗਾ, ਮੈਂ ਆਹ ਕਰ ਦੂੰਗਾ। ਉਹ ਭਾਈ ਇਹ ਪੰਜਾਬ ਹੈ, ਇਹ ਅਸੀਂ ਸਾਡੀ 2 ਕਰੋੜ ਦੀ ਉਹ ਆ ਪੰਜਾਬੀਆਂ ਦੀ, ਔਰ ਅਸੀਂ 10 ਕਰੋੜ ਨੂੰ ਲੰਗਰ ਛਕਾਨੇ ਆ। केजरीवाल तेरी क्या हुआ हैसियत, तू अपनी हैसियत तो बता दे, या ऐसा कर अपना लिया कैंडिडेट। अमन भनोट ਦੇ ਨਾਲ ਨਾ ਸਾਡੇ ਸੀਐਮ ਸਾਹਿਬ ਬਿਲਕੁਲ ਠੀਕ ਬੋਲਦੇ ਆ। ਸਾਡੇ ਸੀਐਮ ਸਾਹਿਬ ਕਹਿੰਦੇ ਕਿ ਐਮਸੀ ਦਾ ਇਲੈਕਸ਼ਨ ਲੜਨਾ ਬਹੁਤ ਔਖਾ ਹੈ। ਤੁਸੀਂ ਕਹੋਗੇ ਹੰਕਾਰ ਵਾਲੀ ਗੱਲ ਨਾ ਕਰੋ, ਮੈਂ ਹੰਕਾਰ ਵਾਲੀ ਗੱਲ ਨਹੀਂ ਕਰਦਾ, ਮੈਂ ਪ੍ਰਮਾਤਮਾ ਤੋਂ ਡਰ ਕੇ ਕਹਿੰਦਾ केजरीवाल ਸਾਹਿਬ, ਜਿਹੜਾ ਤੁਸੀਂ ਆਪਣਾ ਕੈਂਡੀਡੇਟ ਖੜਿਆ ਕਰਿਆ ਨਾ ਉਰੇ, ਤੁਸੀਂ ਉਹਨੂੰ ਕਹਿ ਦਿਓ ਵੀ ਅਮਨ ਭਨੋਟ ਨਾਲ ਨਾ ਆਪਣਾ ਕਿਆ ਕਹਿੰਦੇ ਇੱਕ ਐਮਸੀ ਦਾ ਇਲੈਕਸ਼ਨ ਲੜ ਲਵੇ। ਅਗਰ ਉਹ ਜਿੱਤ ਗਿਆ, ਮੈਂ ਸੋਚ ਲੂੰਗਾ ਮੇਰਾ ਸੀਐਮ ਹਾਰ ਗਿਆ। ਹੋਰ ਦੱਸੋ। ਇਸ ਤਰ੍ਹਾਂ ਹੈ ਸਰ, ਮੈਂ ਇਹ ਕਹਿੰਦਾ ਵਾਰਡ ਵੀ ਤੁਹਾਡਾ केजरीवाल ਸਾਹਿਬ, ਵਾਰਡ ਵੀ ਤੁਹਾਡਾ, ਠੀਕ ਹੈ ਨਾ ਗੱਲ। केजरीवाल ਸਾਹਿਬ, ਵਾਰਡ ਵੀ ਤੁਹਾਡਾ, ਮਰਿੰਡੇ ਦੇ ਵਿੱਚ ਜਿੰਨੇ ਵੀ ਵਾਰਡ ਹੈ ਉਹ ਚੂਜ਼ ਕਰ ਲਓ, ਇੱਕ ਵਾਰਡ ਚੂਜ਼ ਕਰ ਲਓ, ਤੁਸੀਂ ਕਰੋ ਚੂਜ਼, ਔਰ ਆਪਣੇ ਕੈਂਡੀਡੇਟ ਨੂੰ ਕਹਿ ਦਿਓ ਵੀ ਤੂੰ ਅਮਨ ਭਨੋਟ ਨੂੰ ਹਰਾਇਆ ਜਾ। ਅਗਰ ਅਮਨ ਭਨੋਟ ਹਾਰ ਗਿਆ ਨਾ ਕਿਸੇ ਵੀ ਵਾਰਡ ਦੇ ਵਿੱਚ, ਇਹ ਮੇਰਾ ਵਾਅਦਾ ਹੈ, ਠੀਕ ਹੈ ਨਾ ਗੱਲ। क्योंकि साढ़े सीएम साहब जो है चरणजीत चन्नी जी बहुत दूरदर्शी हैं, जो बोलते हैं, जो विचारते हैं कि एमसी का इलेक्शन लड़ना ही बहुत बड़ी गल होंदी है, ठीक है ना गल। तो मैं सीएम साहब भी कह रहे अपने क्या नाम है भी केजरीवाल साहब कह दो कि मेरा एक वर्कर है छोटा जा अमन भनोट, ਉਹਦੇ ਨਾਲ ਜਿਹੜਾ ਕੈਂਡੀਡੇਟ ਦਿੱਲੀ ਤੋਂ ਲਿਆ, ਚਾਹੇ ਮਰਿੰਡੇ ਤੋਂ ਲਿਆ, ਚਾਹੇ ਬਾਹਰੋਂ ਲਿਆ, ਐਮਸੀ ਦਾ ਇਲੈਕਸ਼ਨ ਲੜਾ ਦੇ। ਅਗਰ ਉਹ ਐਮਸੀ ਦਾ ਇਲੈਕਸ਼ਨ ਮੇਰਾ ਅਮਨ ਭਨੋਟ ਹਾਰ ਗਿਆ, ਠੀਕ ਹੈ ਨਾ ਗੱਲ, ਮੈਂ ਆਪਣੀ ਲੀਡਰੀ ਛੱਡ ਦੂੰਗਾ। ਹੋਰ ਦੱਸ, ਇਹ ਮੇਰਾ ਪ੍ਰੋਮਿਸ ਹੈ। ਅਗਲੀ ਗੱਲ ਮੈਂ ਇਹ ਤੁਹਾਡੇ ਕੋਲੋਂ ਪੁੱਛਣਾ ਚਾਹੂੰਗਾ, ਮੈਂ ਕਿ ਸਾਰਾ ਸ਼ਹਿਰ, ਸਾਰਾ ਮੋਰਿੰਡਾ ਤੁਹਾਡੇ ਕੋਲੋਂ ਇਹ ਪੁੱਛਣਾ ਚਾਹੁੰਦਾ ਹੈ ਕਿ ਸ਼ਹਿਰ ਦਾ ਵਿਕਾਸ ਆਉਣ ਵਾਲੇ ਸਮੇਂ 'ਚ ਕਿੰਨਾ ਕੁ ਹੋ ਸਕਦਾ ਹੈ, ਕਿੰਨਾ ਕੁ ਸੰਭਵ ਹੈ? देखो, भगवान कृष्ण कहने हैं परिवर्तन ही संसार का नियम है। गीता च कह रहे हैं, अगर पूरी गीता सुननी है तो भी मेरे को टाइम हैगा, लेकिन मैं तुहानू शॉर्ट दे विच सुना रहे हैं। भगवान कृष्ण कह रहे हैं, भगवान कृष्ण जी कह रहे हैं परिवर्तन ही संसार का नियम है। हर शहर का, हर व्यक्ति का अच्छा और बुरा समा आता है, और मरिंडे का सौभाग्य है ये, या चमकौर साहब हल्के का ये सौभाग्य है कि उसको एक महान लीडर, महान सीएम चरणजीत सिंह चन्नी, जिनका नाम है, एक अच्छा इंसान जो दूरदर्शी हैं, और ऐसा हमारा सौभाग्य है कि हमें उनका नेतृत्व मिला है, और वो उनके नेतृत्व में मरिंडा शहर इतनी तरक्की कर जाएगा। आज 4थे नंबर पे है पंजाब में, और पहले नंबर पे आएगा। अब आपको ये बता देता हूं मैं, चंडीगढ़ का आज से 10 साल पहले कौन सा स्थान था, आप बताइए मुझे। चंडीगढ़ का आज से 10 साल पहले कौन सा स्थान था? एक नंबर था ना, सिटी ब्यूटीफुल था ना। बीजेपी का राज आया 10 साल, शासन आया बीजेपी का, आज 96वें नंबर पे आ गया। कौन आया? चंडीगढ़ सिटी ब्यूटीफुल। और मरिंडा और चमकौर एरिया नंबर 1 पे आएगा पूरे पंजाब में और पूरे हिंदुस्तान में। अमन जी ने विकास के नाम पे जो आपको बात बताई है, बहुत खूब कहा है इन्होंने कि आने वाला समय आप भी देखेंगे, हम भी देखेंगे कि कितना विकास होगा। बदलाव कुदरत का नियम है,
तो उसी को मद्देनजर रख के मैं ये बात पूछता हूँ अमन जी, कांग्रेस पार्टी के जो सरकर्दा कार्यकर्ता किसी मुसीबत में आ जाते हैं, मसलन कोई बीमार पड़ जाता है, क्या पार्टी उन लोगों की देखभाल करती है? सर ਤੁਸੀਂ ਬਹੁਤ ਅੱਛਾ ਸਵਾਲ ਕਰਿਆ ਹੈ ਇਹ ਤੁਸੀਂ ਬਹੁਤ ਅੱਛਾ ਸਵਾਲ ਕਰਿਆ ਹੈ। ਇਹਦੇ 'ਚ ਮੈਂ ਮਾਫੀ ਵੀ ਚਾਹੂੰਗਾ। ਇੱਕ ਐਗਜ਼ਾਮਪਲ ਦਿੰਦਾ ਤੁਹਾਨੂੰ, ਛੋਟੀ ਜਿਹੀ ਐਗਜ਼ਾਮਪਲ ਦਿੰਦਾ ਕਿ ਇੱਕ ਕਾਂਗਰਸੀ ਭਾਈ, ਮੇਰਾ ਬੜਾ ਭਾਈ ਕਾਂਗਰਸੀ ਸਰਦਾਰ ਬੇਅੰਤ ਸਿੰਘ ਜੀ, ਮਿਲ ਰੋਡ ਤੇ ਰਹਿੰਦੇ ਆ, ਕੰਗ ਬਰਾਦਰੀ ਚੋਂ ਹੈ, ਜੱਟ ਬਰਾਦਰੀ ਚੋਂ ਹੈ। ਉਹ ਕਿਸੇ ਆਪਣੇ ਭਾਈ ਨੂੰ ਜਾਂ ਕਿਸੇ ਨੂੰ ਅਣਜਾਣੇ ਨੂੰ ਬਚਾਉਂਦੇ ਉਹਦੇ ਉੱਪਰ ਕਿਸੇ ਨੇ ਕਾਰ ਚੜਾ ਦਿੱਤੀ, ਉਹਦਾ ਐਕਸੀਡੈਂਟ ਹੋ ਗਿਆ। ਉਹਦਾ ਦੇਖੋ ਜੀ ਸਪਾਈਨ ਦਾ ਆਪਰੇਸ਼ਨ ਹੋਇਆ, ਉਹ 10 ਸਾਲਾਂ ਤੋਂ ਤਕਰੀਬਨ ਬੈੱਡ ਪਰ ਪਿਆ। ਪਰ ਕਿਸੇ ਕਾਂਗਰਸੀ ਲੀਡਰ ਨੇ, ਕਿਸੇ ਵੀ ਕਾਂਗਰਸੀ ਲੀਡਰ ਨੇ, ਚਾਹੇ ਕੋਈ ਜਿੱਡਾ ਮਰਜੀ ਬੜਾ ਆਪਣੇ ਆਪ ਨੂੰ ਸਮਝਦਾ ਹੋਵੇ, ਠੀਕ ਹੈ ਨਾ ਗੱਲ ਮੇਰੀ, ਮੈਂ ਸੱਚ ਬੋਲਦਾ, ਮੈਂ ਕਿਸੇ ਤੋਂ ਡਰਦਾ ਨਹੀਂ ਹੈ। ਜੇ ਤੁਸੀਂ ਕਹੋ ਮੈਂ ਮੋਦੀ ਤੋਂ ਡਰਦਾ ਜਾਂ ਮੈਂ ਕਿਸੇ ਤੋਂ ਡਰਦਾ, ਅਮਨ ਭਨੋਟ ਕਦੇ ਕਿਸੇ ਤੋਂ ਡਰਦਾ ਨਹੀਂ ਹੈ। ਅਮਨ ਭਨੋਟ ਸੱਚ ਬੋਲਦਾ ਹਮੇਸ਼ਾ। ਕਿ ਕਿਸੇ ਵੀ ਕਾਂਗਰਸੀ ਲੀਡਰ ਨੇ ਉਹਦਾ ਆ ਕੇ ਹਾਲ ਨਹੀਂ ਪੁੱਛਿਆ, ਉਹ ਬੈੱਡ ਪਰ ਪਿਆ। ਬਹੁਤ ਅਫਸੋਸ। ਔਰ ਉਹਨੇ ਕਾਂਗਰਸ ਨੂੰ ਇੱਕ ਨਈ ਦਿਸ਼ਾ ਦਿੱਤੀ ਸੀ ਉਸ ਬੱਚੇ ਨੇ, ਠੀਕ ਹੈ ਨਾ। ਉਹਦਾ ਨਾਮ ਸਰਦਾਰ ਬੇਅੰਤ ਸਿੰਘ ਕੰਗ ਹੈ, ਮਿਲ ਰੋਡ ਤੇ ਰਹਿੰਦਾ ਹੈ। ਔਰ ਮੈਂ ਸੀਐਮ ਸਾਹਿਬ ਨੂੰ ਵੀ ਕਹੂੰਗਾ, ਔਰ ਖਾਸ ਕਰ ਕਾਂਗਰਸੀ ਲੀਡਰਾਂ ਨੂੰ ਵੀ ਕਹੂੰਗਾ ਕਿ ਉਹਦੀ ਜਾ ਕੇ ਜ਼ਰੂਰ ਉਹਦੀ ਖਬਰਸਾਰ ਲੈਣੀ ਚਾਹੀਦੀ ਹੈ। ਔਰ ਉਹਦਾ ਜੋ ਵੀ ਬਣਦਾ ਮਾਨ ਸਨਮਾਨ ਜਿਹੜਾ ਹੈ ਉਸ ਸਰਦਾਰ ਬੇਅੰਤ ਸਿੰਘ ਨੂੰ ਜ਼ਰੂਰ ਦੇਣਾ ਚਾਹੀਦਾ ਹੈ। ਕਮੀ ਕਿਹਦੇ 'ਚ ਨਹੀਂ ਹੁੰਦੀ, ਇਨਸਾਨ 'ਚ ਵੀ ਹੁੰਦੀ ਹੈ, ਪਾਰਟੀ 'ਚ ਵੀ ਹੁੰਦੀ ਹੈ। ਜਿਹੜਾ ਆਪਣੀ ਕਮੀਆਂ ਨੂੰ ਮੰਨਦਾ, ਮੰਨ ਲਓ ਮੇਰੇ 'ਚ ਕੋਈ ਕਮੀ ਹੈ, ਮੈਨੂੰ ਦੱਸੋ ਅਮਨ ਭਨੋਟ ਤੇਰੀ 'ਚ ਕਮੀ ਹੈ, ਮੈਂ ਉਹ ਕਮੀ ਨੂੰ ਪੂਰਾ ਕਰੂੰਗਾ। ਮੈਨੂੰ ਜਿਹੜਾ ਕਮੀਆਂ ਦੱਸੇ ਨਾ, ਮੈਨੂੰ ਉਹ ਅੱਛਾ ਲੱਗਦਾ ਹੈ। ਜਿਹੜਾ ਮੇਰੀ ਤਾਰੀਫ ਕਰੇ ਮੈਨੂੰ ਨਹੀਂ ਅੱਛਾ ਲੱਗਦਾ। ਉਹ ਜਿਹੜਾ ਆ ਕੇ ਮੇਰੇ ਪਰ ਉਹ ਕਹਿੰਦੇ ਆ ਨਾ ਚਾਪਲੂਸੀ ਕਰੇ, ਨਹੀਂ ਸਮਝੇ, ਜਿਹੜਾ ਮੇਰੀ ਚਾਪਲੂਸੀ ਕਰਦਾ ਮੈਨੂੰ ਨਹੀਂ ਅੱਛਾ ਲੱਗਦਾ। ਜਿਹੜਾ ਮੇਰੀ ਕਮੀਆਂ ਲੱਭੇ, ਮੇਰੀ ਕਮੀ ਅਮਨ ਭਨੋਟ ਤੇਰੇ 'ਚ ਇਹ ਕਮੀ ਹੈ, ਠੀਕ ਹੈ ਨਾ ਗੱਲ। ਹੁਣ ਮੈਂ ਕਮੀ ਦੱਸੀ, ਦੇਖੋ ਪਾਰਟੀ ਦੀ ਕਮੀ ਦੱਸੀ ਕਿ ਉਹਦੀ ਕਿਉਂ ਨਹੀਂ ਖਬਰਸਾਰ ਲਈ ਗਈ। ਉਹ ਜਿਹੜਾ ਮੇਰਾ ਭਰਾ, ਵੱਡਾ ਭਰਾ ਬੇਅੰਤ ਸਿੰਘ, ਠੀਕ ਹੈ ਨਾ, ਸਰਦਾਰ ਬੇਅੰਤ ਸਿੰਘ ਕੰਗ ਬੈੱਡ ਪਰ ਪਿਆ, ਇਸ ਵਾਸਤੇ ਮੈਂ ਮਾਫੀ ਮੰਗਦਾ, ਮੈਂ ਆਪਣੇ ਵੱਲ ਤੋਂ ਹੀ ਮਾਫੀ ਮੰਗਦਾ ਮੈਂ, ਠੀਕ ਹੈ ਨਾ ਗੱਲ। ਔਰ ਮੈਂ ਗੁਜ਼ਾਰਿਸ਼ ਕਰਦਾ ਕਿ ਸੀਐਮ ਸਾਹਿਬ ਨੂੰ ਕਰਦਾ ਹੈ ਜਾਂ ਆਪਣੇ ਕਾਂਗਰਸੀ ਲੀਡਰਸ ਨੂੰ ਕਰਦਾ ਹੈ ਕਿ ਉਹਦੇ ਕੋਲ ਜਾ ਕੇ ਅਗਰ ਕੋਈ ਪ੍ਰੋਬਲਮ ਹੈ ਜਾਂ ਕੋਈ ਹੋਰ ਸਮੱਸਿਆ ਹੈ ਜਾਂ ਕਿਸੇ ਕਿਸਮ ਦੀ ਸਮੱਸਿਆ ਹੈ ਤਾਂ ਉਹਦੀ ਸੋਲਵ ਕਰਨੀ ਚਾਹੀਦੀ ਹੈ, ਜਾਂ ਉਹਨੂੰ ਮਿਲਣਾ ਚਾਹੀਦਾ ਹੈ, ਜਾਂ ਉਹਨੂੰ ਮਾਨ ਸਤਿਕਾਰ ਦੇ ਦਿਓ, ਇੱਜ਼ਤ ਦੇ ਦਿਓ ਉਹਨੂੰ, ਠੀਕ ਹੈ ਨਾ ਗੱਲ। ਉਹ ਬੈੱਡ ਪਰ ਪਿਆ, ਫਿਰ ਕੀ ਹੋ ਗਿਆ, ਹੈ ਤਾਂ ਸਾਡਾ ਵਰਕਰ ਹੈ, ਸਾਡਾ ਲੀਡਰ ਹੈ ਉਹ ਸਰਦਾਰ ਬੇਅੰਤ ਸਿੰਘ, ਠੀਕ ਹੈ ਨਾ। ਤੇ ਹੋਰ ਦੱਸੋ ਸਰ। ਜਿੱਥੇ ਅਮਨ ਜੀ ਨੇ ਬੇਅੰਤ ਸਿੰਘ ਦਾ ਜ਼ਿਕਰ ਕੀਤਾ ਹੈ ਕਿ ਉਹ 10 ਸਾਲ ਤੋਂ ਮੰਜੇ ਤੇ ਪਏ ਨੇ, ਮੈਂ ਆਪਣੇ ਵੱਲੋਂ ਵੀ ਕਾਂਗਰਸ ਪਾਰਟੀ ਦੇ ਸਾਰੇ ਲੀਡਰਸ ਨੂੰ, ਚਾਹੇ ਉਹ ਲੋਕਲ ਹੋਣ, ਚਾਹੇ ਉਹ ਸ਼ੀਰਸ਼ ਨੇਤਾ ਹੋਣ, ਚਾਹੇ ਉਹ ਸਟੇਟ ਦੇ ਨੇਤਾ ਹੋਣ, ਉਹਨਾਂ ਨੂੰ ਗੁਜ਼ਾਰਿਸ਼ ਕਰਾਂਗਾ ਕਿ ਉਸ ਸ਼ਖਸ ਨੂੰ ਜਿਸ ਨੇ ਪੂਰੀ ਜ਼ਿੰਦਗੀ ਕਾਂਗਰਸ ਪਾਰਟੀ ਨੂੰ ਅੱਗੇ ਲੈ ਜਾਣ ਵਾਸਤੇ ਲਗਾ ਦਿੱਤੀ, ਉਹਦਾ ਕੁਝ ਧਿਆਨ ਕਰਨ। ਅਮਨ ਜੀ, ਇੱਕ ਗੱਲ ਹੋਰ ਸੁਣਨ ਚਾਹੀਏ, ਤੁਸੀਂ ਕੁਝ ਜ਼ਮੀਨ ਬ੍ਰਾਹਮਣ ਸਭਾ ਨੂੰ ਦੇਣ ਦਾ ਫੈਸਲਾ ਕੀਤਾ ਹੈ, ਜਿੱਥੇ ਕਿ ਭਗਵਾਨ ਪਰਸ਼ੂਰਾਮ ਜੀ ਦਾ, ਬ੍ਰਾਹਮਣ ਸ਼੍ਰੋਮਣੀ ਪਰਸ਼ੂਰਾਮ ਜੀ ਦਾ ਸਥਾਨ ਬਣਾਉਣਾ ਚਾਹੁੰਦੇ ਨੇ। ਕੀ ਇਹ ਸੱਚ ਹੈ ਤੇ ਕਿੱਥੋਂ ਤੱਕ ਸੱਚ ਹੈ? ਮੇਰੀ ਤਾਂ ਖੈਰ ਔਕਾਤ ਨਹੀਂ ਹੈ ਮੈਂ ਕਿਸੇ ਨੂੰ ਕੁਝ ਵੀ ਦੇ ਦਾਂ, ਠੀਕ ਹੈ ਨਾ ਗੱਲ ਜੀ। ਇਹ ਤਾਂ ਬੜਾਪਨ ਹੈ ਤੁਹਾਡਾ, ਕਿਉਂਕਿ 11 ਵਿਸਵੇ ਜਗ੍ਹਾ ਮੈਂ ਭਗਵਾਨ ਪਰਸ਼ੂਰਾਮ, ਭਗਵਾਨ ਜੀ ਦੇ ਨਾਮ ਤੇ ਮੈਂ ਦੇਣੇ ਚਾਹੁੰਦਾ ਹੈ ਪਰਮਾਤਮਾ ਦੀ ਰਜ਼ਾ ਨਾਲ। ਤੇ 20 ਵਿਸਵੇ ਜਗ੍ਹਾ ਮੈਂ ਸ਼੍ਰੀ 1008 ਸ਼੍ਰੀ ਸ਼ਰਧਾਨੰਦ ਜੀ ਪੁਰੀ, ਜਿਹੜੇ ਮੇਰੇ ਗੁਰੂ ਮਹਾਰਾਜ ਜੀ ਹੈ, 20 ਵਿਸਵੇ ਮੈਂ ਉਹਨਾਂ ਨੂੰ ਦੇਣੇ, ਦਾਨ ਦੇ ਦੇਣ ਦੀ ਇੱਛਾ ਰੱਖਦਾ ਹੈ ਕਿ 31 ਵਿਸਵੇ ਜਿਹੜੀ ਜਗ੍ਹਾ ਹੈ, ਟੋਟਲ 31 ਵਿਸਵੇ ਜਗ੍ਹਾ, ਇਹ ਮੈਂ ਦਾਨ ਕਰਨੀ ਚਾਹੁੰਦਾ ਹੈ। ਤੇ
करे करावे आपे आप जी। ਕਰਨ ਵਾਲਾ ਤਾਂ ਪਰਮਾਤਮਾ ਹੈ ਜੀ। ਮੇਰੀ ਕਹਾਤ ਨਹੀਂ ਕਿ ਮੈਂ ਇਹ 31 ਵਿਸਵੇ ਦੇ ਦੂੰਗਾ ਕਿਸੇ ਨੂੰ ਇਹ ਪਰਮਾਤਮਾ ਨੇ ਮੈਨੂੰ ਦਿੱਤੇ ਮੈਂ ਪਰਮਾਤਮਾ ਨੂੰ ਹੀ ਇਹ 31 ਵਿਸਵੇ ਦੇਣੇ ਚਾਹੁੰਦਾ ਹਾਂ ਤੇ ਇੱਕ ਗੱਲ ਹੋਰ ਕਹਿੰਦੇ ਆ मिटा दे अपनी हस्ती कुछ मर्तबा चाहे दाना खाक में मिलकर गुले गुलजार होता है तो अपने आप को मैं भगवान राम के अर्पण करते हुए भगवान श्री मर्यादा पुरुषोत्तम राम के अर्पण करते हुए अगर मुझसे कोई कमी या कोई मेरे से कोई गलत अपशब्द बोल हो गए हों मैं क्षमा मांगता हूं और 31 विस्वे जगह मैं दान कर जो दान है वो देना चाहता हूं तो वो ये बात सच है बिल्कुल। ये ब्राह्मण सभा मोरंडा को दान कर रहे हैं आप? देखो 11 विस्वे तो ब्राह्मण सभा मरिंडा को दान करेंगे भगवान परशु भगवान जी के नाम पे और 20 विस्वे जो है वो शाहपुर कंडी वाले जो महापुरुष हैं उनके नाम से दान है। बहुत खूब। अमन जी जहाँ पे सोशल सामाजिक कार्यों के साथ जुड़े हुए हैं वहीं पे उनका झुकाव अध्यात्म की ओर भी है जो कि आपने इनके मुख से सुना कि वो दान पुण्य में भी विश्वास रखते हैं। अमन जी हमारे साथ जुड़े हमारे साथ अपनी बातें साझा की इसके लिए हम उनके बहुत आभारी हैं और आशा करते हैं अमन जी अपने अगले आने वाले जीवन में भी लोगों की सेवा में जुटे रहेंगे और अध्यात्म को और अपने मजहब अपने ब्राह्मण कौम को आगे ले जाने में भी सक्षम रहेंगे। एक बार फिर मैं अमन जी का धन्यवाद करता हूँ। नमस्कार जी बहुत बहुत आपका बहुत बहुत आभारी हूँ मैं कि आपने जो भी मेरे से प्रश्न किए जैसे भी मैंने उत्तर दिए मुझे नहीं पता ठीक है गलत है पर जैसे भी दिए उसके लिए मैं आपका बहुत शुक्रिया अदा करता हूँ।